अकाल मूरत अजुनि सैभं गुर प्रसाद। बेशुमार अथा अगंत अतुलय। ज्यों बुलावो त्यों नानक दास बोलै। ज्यों बुलावो त्यों नानक दास बोलै। हाजरा हजूर ज़हरा ज़हूर सर्ब कला भरपूर चवर तखत छत्र दे मालक गुरुआं दे गुरु पीरां दे पीर सहबे कमाल वालिए दो जहान मनुखता दे रहबर साहिब श्री गुरु ग्रंथ साहिब जी दी पावन निੱਘੀ गोद का आनंद माण रहे सत्संगी प्रेमी जनों, आप जी सारे वडभागी जो गुर दरबार की हाजरी भरदिया अपना जीवन सफला कर रहे हो। भाई आओ पावन बाबाणियां कहानियां पुत सपुत करें दे मां वाक अनुसार गुरमत विचारां दी साझ करन तो पहला अपनी सुरत नूं एकाग्रचित करदिआं गुरु चरनां दे नाल जुड़दिआं गुरफतेह दी साझ। वाहिगुरु जी का खालसा वाहिगुरु जी की फतेह। उपरांत गुरु के चरनां च बेनती है सच्चे पातशाह नरोल गुरमत अनुसार ये पावन विचार करन दी सुनन दी सुन के समझ के जीवन च ढालण दी सदबुद्धि बख्शो कि सा मत दियो दयाल प्रभ जित तुम्हें आराधा। प्रभ कीजिए कृपा निधान हम हर गुण गावेंगे। गुरमुखो अपनी लड़ीवार विचार जगत गुरु बाबा जी दे 550 सालां नूं समर्पित उन्हां दी अमृत बाणी जप बाणी दी विचार। दूसरी पौड़ी दी विचार चल रही सी जो इस जगियासू दा सवाल दा अगे जवाब चल रहा है। उस जवाब की व्याख्या कि किव सचियारा होइए किव कूड़े टुटे पाल। अमृत वचन जवाब वजों सतगुरां जी की असीस कि भलिओ हुक्म रजाई चलना नानक लिखिया नाल। तो अगे आपां विचार कर रहे सां कि ये सारी कायनात जितने आकार ने उस हुक्मी दे हुक्म विच है, यानी कि उस हुक्मी तो ही हुक्मी हुवन आकार उस हुक्मी तो ही ये सारे आकार जो आपां नूं दृश्यमान हो रहे ने तो बने ने। लेकिन उस हुक्मी दा जिहड़ा हुक्म आ पूर्ण मुकम्मल ढंग नाल बयान नहीं किया जा सकता। हुक्म ना कहा जाए हुक्मी होवन जी हुक्म मिले वडियाई। हुक्म दे विच ही इस जीव नूं वडियाई मिलदी है, जिंद जान मिलदी है। ते वचन आ रहे सी हुक्मी उत्तम नीच। हुक्मी उत्तम नीच हुक्म लिख दुख सुख पाइए। उस हुक्म दे विच ही ये जीवां नूं उत्तमता ते नीचता
ਪ੍ਰਾਪਤ ਹੋ ਰਹੀ ਆ, ਪਰ ਹੋ ਕਿਵੇਂ ਰਹੀ ਆ? ਉਸ ਦੇ ਹੁਕਮ ਵਿੱਚ ਹੀ ਲਿਖ ਦੁੱਖ ਸੁੱਖ ਪਾਈਏ। ਇਹ ਬੜਾ ਗੁੰਝਲਦਾਰ ਭੇਦ ਆ। ਜਿਤਨੇ ਵੀ ਦੁੱਖ ਸੁੱਖ ਨੇ ਇਹ ਸਾਡੇ ਕਰਮਾਂ ਦਾ ਸਦਕਾ। ਹੁਣ ਜੈਸੇ ਕਰਮ ਇਸ ਜੀਵ ਦੇ ਭਾਗਾਂ 'ਚ ਲਿਖੇ ਨੇ ਔਰ ਉਹ ਕਰਮਾਂ ਦਾ ਮੁਤਾਬਕ ਅੱਗੇ ਫਿਰ ਹੋਰ ਲੇਖਾ ਜੋਖਾ ਆ, ਉਸੇ ਢੰਗ ਦੇ ਨਾਲ ਇਹਨਾਂ ਜੀਵਾਂ ਦਾ ਦੁੱਖ ਤੇ ਸੁੱਖ ਦਾ ਰਸਤਾ ਅਖਤਿਆਰ ਹੁੰਦਾ ਆ। ਕਹਿਣ ਤੋਂ ਭਾਵ ਉੱਤਮਤਾ, ਵਡਿਆਈ, ਨੀਚਤਾ, ਨੀਵਾਂਪਣ, ਬੁਰਿਆਈ ਉਹਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ। ਤੇ ਦੁੱਖ ਤੇ ਸੁੱਖ ਜਿਹੜੇ ਨੇ ਇਹ ਮਿਲ ਰਹੇ ਨੇ। ਔਰ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਇੱਕ ਨਾ ਹੁਕਮੀ ਬਖਸ਼ੀਸ਼ ਪੂਰੀ ਕਾਇਨਾਤ ਦੇ ਵਿੱਚੋਂ। ਮੈਂ ਗੱਲ ਨੂੰ ਥੋੜਾ ਜਿਹਾ ਦੁਹਰਾ ਦੇਵਾਂ, ਦਾਸ ਦੀ ਪਕੜ 'ਚ ਵੀ ਆ ਜੇ ਤੇ ਤੁਹਾਡੀ ਪਕੜ 'ਚ ਵੀ ਆ ਜੇ। ਕਿਉਂਕਿ ਜੋ ਵੀ ਦੁੱਖ ਸੁੱਖ ਆ ਇਹ ਸਾਡੇ ਕਰਮਾਂ ਦਾ ਸਦਕਾ। ਇਸ ਦੀ ਪੁਸ਼ਟੀ ਅੱਗੇ ਚੱਲ ਕੇ ਗੁਰਬਾਣੀ ਕਰਦੀ ਆ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਹੀ ਜੋ 35 ਅੱਖਰੀ ਉਚਾਰਨ ਕੀਤੀ ਗਈ ਪੱਟੀ ਕਿ ਦੱਦੇ ਦੋਸ ਨਾ ਦੀਜੈ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਅਸਲ 'ਚ ਜੋ ਅਸੀਂ ਕਰਮਾਂ ਦਾ ਬੀਜ ਬੀਜਣਾ ਉਹ ਵੱਢਣਾ ਪੈਣਾ। ਪਰ ਸਵਾਲ ਇਹ ਆ, ਜੀਵ ਆਪਣੀ ਮਰਜ਼ੀ ਦੇ ਨਾਲ ਇਹ ਕਰਮ ਵੀ ਨਹੀਂ ਬੋ ਸਕਦਾ। ਅਸਲ 'ਚ ਉਸ ਪਰਮੇਸ਼ਰ ਦੀ ਖੇਡ ਆ। ਜੀ ਜੰਤ ਸਭ ਖੇਲ। ਅੰਮ੍ਰਿਤ ਵਚਨ ਕਰਮਾਂ ਦੀ ਵੀ ਆਈ ਹੈ, ਜਦੋਂ ਭਾਵੇਂ ਜੀਵ ਕਰ ਰਿਹਾ ਪਰ ਕਰਵਾ ਪਰਮੇਸ਼ਰ ਆਪ ਰਿਹਾ। ਇਹ ਨਰੋਲ ਸੱਚ ਹੈ ਕਿ ਕਰਮ ਸੋ ਕਰਮ ਕਰਾਵੇ ਆਪੇ, ਇਹਨਾਂ ਜਨਤਾ ਕੇ ਵਸ ਕਿਛ ਨਹੀਂ। ਕਿਉਂਕਿ ਕਰੇ ਕਰਾਵੇ ਆਪੇ ਆਪ। ਇਹਨਾਂ ਜੀਵਾਂ ਦੀ ਕੀ ਹਸਤੀ ਹੈ ਕਿ ਕੁਝ ਆਪਣੇ ਆਪ ਕਰ ਲੈਣ। ਫਿਰ ਮੈਂ ਬੇਨਤੀ ਕਰਾਂ, ਇਹ ਅਸਲ 'ਚ ਪਰਮੇਸ਼ਰ ਦੀ ਆਪਣੀ ਖੇਡ ਹੈ। ਇਹੋ ਗੱਲ ਫੇਰ ਕਹੀ ਆ ਹੁਣ ਕਿ ਜਿੱਥੇ ਹੁਕਮ ਦੇ ਵਿੱਚ ਵਡਿਆਈ ਮਿਲੀ, ਹੁਕਮ ਦੇ ਵਿੱਚ ਉੱਤਮਤਾ ਤੇ ਨੀਚਤਾ ਦੀ ਗੱਲ ਆਈ, ਹੁਕਮ ਦੇ ਵਿੱਚ ਹੀ ਦੁੱਖ ਤੇ ਸੁੱਖ ਆਏ, ਤੇ ਜਿਸ ਤੇ ਉਹ ਆਪਣੀ ਨਜ਼ਰ ਨਿਆਮਤ ਕਰ ਲੈਂਦਾ। ਜਿਹੜੇ ਜੀਵ ਇਸ ਖੇਡ ਦੇ ਵਿੱਚੋਂ ਜਿੱਤ ਜਾਂਦੇ ਨੇ, ਕਿਉਂਕਿ ਸਾਰੀ ਖੇਡ ਖਿਡਾਉਣ ਵਾਲਾ ਉਹ ਪਰਮੇਸ਼ਰ ਆਪ ਹੈ। ਇਹ ਜੀਵਾਂ ਨੂੰ ਖੇਡਣ ਵਾਸਤੇ ਇੱਥੇ ਭੇਜਿਆ, ਫਿਰ ਇਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ, ਆਹ ਕਰਮ ਇਸ ਤਰ੍ਹਾਂ ਕਰਿਓ, ਆਹ ਕਰਮ ਇਸ ਤਰ੍ਹਾਂ ਕਰਿਓ, ਸਾਰੀ ਚੀਜ਼ ਦੱਸੀ। ਕਿਉਂਕਿ ਇਸ ਚੀਜ਼ ਦੀ ਵੀ ਪੁਸ਼ਟੀ ਕੀਤੀ ਨਾ, ਜੋ ਲੇਖਾਂ 'ਚ ਲਿਖਿਆ ਇਹਦੇ ਭਾਗਾਂ 'ਚ ਕਿ ਲੇਖ ਨਾ ਮਿਟੇ ਹੈ ਸਖੀ, ਜੋ ਲਿਖਿਆ ਕਰਤਾਰ। ਕਰਮ, ਉਹਨਾਂ ਕਰਮਾਂ ਸਦਕਾ ਕੇ ਕਰਮ ਕੀਤਾ ਤੇ ਕਰਮ ਦਾ ਫਲ ਮਿਲਿਆ। ਉਹਨਾਂ ਦੇ ਵਿੱਚੋਂ ਪਰਮੇਸ਼ਰ ਦਿਆਲੂ ਤੇ ਕਿਰਪਾਲੂ। ਇੱਕ ਗੱਲ ਫੇਰ ਜ਼ਿਕਰ ਆਈ ਉਹਦੀ ਹੁਕਮ ਦੀ, ਉਹਦੇ ਭਾਣੇ ਦੀ। ਇੱਕ ਨਾ ਹੁਕਮੀ ਬਖਸ਼ੀਸ਼। ਹੋ ਸਕਦਾ ਸੀ ਕਿ ਪੂਰੀ ਕਾਇਨਾਤ ਬਹੁਤ ਔਗਣਕਾਰੀ ਆ, ਪਰ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੋ ਜਾਵੇ
ਮਾਫ ਕਰਨਾ ਉਹਨਾਂ ਦੇ ਕਰਮ ਨਹੀਂ ਜੋ ਨਿਸ਼ਚੇ ਤਾਰੇ ਜਾਂਦੇ। ਇੱਕ ਅੱਗੇ ਚੱਲ ਕੇ ਵਚਨ ਆਇਆ, ਵਚਨ ਤੇ ਕਈ ਨੇ ਅੰਮ੍ਰਿਤ ਬਾਣੀ ਦੇ ਵਿੱਚ। ਅਸਲ 'ਚ ਜਿਹਨੂੰ ਉਹ ਆਪਣਾ ਬਣਾ ਲੈਂਦਾ, ਸੰਸਾਰੀ ਨੇਮ ਜਿਹੜਾ ਆਪਣਾ ਹੋਵੇ ਨਾ, ਤੇ ਆਪਣੇ ਦੀਆਂ ਗਲਤੀਆਂ ਵੀ ਨਹੀਂ ਚਿਤਾਰੀਆਂ ਜਾਂਦੀਆਂ, ਔਗਣ ਵੀ ਨਹੀਂ ਚਿਤਾਰੇ ਜਾਂਦੇ। ਇਸੇ ਕਰਕੇ ਜਿੱਥੇ ਕਿਤੇ ਵੀ ਬੇਨਤੀ ਕੀਤੀ ਆ ਅੰਮ੍ਰਿਤ ਬਾਣੀ ਦੇ ਵਿੱਚ, ਜਗਿਆਸੂਆਂ ਨੇ ਇੱਕੋ ਗੱਲ ਕਹੀ, ਸੱਚੇ ਪਾਤਸ਼ਾਹ ਆਪਣਾ ਬਣਾਵੀਂ ਆਪਣਾ। ਅਸੀਂ ਅੰਮ੍ਰਿਤ ਵੇਲੇ ਜਦੋਂ ਚੌਪਈ ਸਾਹਿਬ ਪੜ੍ਹਦੇ ਆ, ਉੱਥੇ ਵੀ ਇਹੋ ਬੇਨਤੀ ਕੀਤੀ, ਆਪਣਾ ਜਾਨ ਕਰੋ ਪ੍ਰਤਪਾਰਾ। ਸਿੱਧਾ ਹੀ ਨਹੀਂ ਕਰ ਸਕਦੇ ਤੁਸੀਂ ਪ੍ਰਤਪਾਲਨਾ ਕਰੋ, ਪਰ ਆਪਣਾ ਹੀ ਕਿਉਂ? ਕਿਉਂਕਿ ਹਕੀਕਤ ਇਹ ਆ, ਪ੍ਰਤਪਾਲਨਾ ਆਪਣਿਆਂ ਦੀ ਹੁੰਦੀ ਆ। ਭਾਵੇਂ ਉਹ ਪਰਮੇਸ਼ਰ ਕਾਇਨਾਤ, ਕੋਈ ਉਹਦਾ ਸ਼ੁਕਰ ਕਰ ਰਿਹਾ ਨਹੀਂ ਕਰ ਰਿਹਾ, ਕੋਈ ਉਹਦਾ ਨਾਮ ਜਪਦਾ ਨਹੀਂ ਜਪਦਾ, ਉਹ ਪ੍ਰਤਪਾਲਨਾ ਸਾਰਿਆਂ ਦੀ ਕਰਦਾ ਆ। ਪਰ ਜਗਿਆਸੂਆਂ ਵੱਲੋਂ ਇਹੋ ਇੱਕ ਭਾਵ ਕਿ ਆਪਣਾ ਬਣਾ ਕੇ, ਔਰ ਇਹ ਸੱਚ ਹੈ, ਜਿਸ ਜੀਵ ਨੂੰ ਉਹਨੇ ਆਪਣਾ ਬਣਾ ਲਿਆ, ਇਹ ਹੁਣ ਉਹਦੀ ਮਰਜ਼ੀ ਆ ਕਿਹਨੂੰ ਬਣਾਉਣਾ ਤੇ ਕਿਹਨੂੰ ਨਹੀਂ ਬਣਾਉਣਾ। ਤੇ ਅੰਮ੍ਰਿਤ ਵਚਨ ਆਏ ਨੇ ਟੋਡੀ ਰਾਗ ਦੇ ਅੰਦਰ, ਸਤਿਗੁਰੂ ਜੀ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬੌਰ ਕਛੁ ਨਾ ਵਿਚਾਰੇ। ਪਾਰ ਬ੍ਰਹਮ ਪਰਮੇਸ਼ਰ ਰੱਬ ਨੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ, ਉਹਨਾਂ ਦੇ ਹੋਰ ਕਰਮ ਨਹੀਂ ਵਿਚਾਰੇ ਜਾਂਦੇ। ਬੋਲੋ ਸਤਨਾਮ ਵਾਹਿਗੁਰੂ। ਕਿਉਂ? ਕਿਉਂ ਉਹਨਾਂ ਨੂੰ ਬਖਸ਼ ਦਿੱਤਾ। ਤੇ ਬਾਬਾ ਜੀ ਕਹਿੰਦੇ ਨੇ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾ ਨੂੰ ਉਹਦੇ ਹੁਕਮ ਵਿੱਚ ਹੀ ਇੱਕ ਬਖਸ਼ਿਸ਼ ਹੋ ਰਹੀ ਆ। ਤੇ ਫਿਰ ਇੱਕ ਹੁਕਮੀ ਸਦਾ ਭਵਾਈਏ, ਇੱਕ ਉਹਦੇ ਹੁਕਮ ਦੇ ਵਿੱਚ ਸਦਾ ਭਾਉਂਦੇ ਨੇ, ਭਟਕ ਰਹੇ ਨੇ, ਜਨਮਾਂ ਦੇ ਵਿੱਚ ਪਏ ਨੇ। ਜਨਮਾਂ ਮਰਨਾ, ਜੰਮਣਾ, ਜੰਮਣਾ ਮਰਨਾ, ਇਹ ਸਿਲਸਿਲਾ ਉਹਦੀ ਨਜ਼ਰ ਨਿਆਮਤ ਤੇ ਆ। ਤੇ ਨਾਲ ਹੀ ਗੱਲ ਕਹੀ, ਉਹ ਦੁਨੀਆ ਦੇ ਲੋਕੋ ਕਿਤੇ ਭੁਲੇਖਾ ਨਾ ਰਹਿ ਜਾਵੇ ਤੁਹਾਨੂੰ। ਬਹੁਤ ਲੋਕ ਕਹਿੰਦੇ ਜੀ ਆਪਣੀ ਕਿਸਮਤ ਆਪ ਬਣਾਈ ਦੀ ਆ, ਆਪ ਬਣਾਈ ਦੀ ਆ। ਇਹਦਾ ਮਤਲਬ ਰੱਬ ਦੀ ਕੋਈ ਹਸਤੀ ਨਹੀਂ। ਅੰਮ੍ਰਿਤ ਵਚਨ ਬਾਣੀ ਨੂੰ ਪੜੋ ਜੋ ਨਰੋਲ ਸੱਚ ਹੈ। ਬਾਬਾ ਜੀ ਕਹਿਣ ਲੱਗੇ, ਉਹਦੇ ਹੁਕਮ ਕਰਤਾਰ ਪਰਮੇਸ਼ਰ ਰੱਬ ਦੇ ਹੁਕਮ ਅੰਦਰ ਹੀ ਇਹ ਸਾਰਾ ਕੁਝ ਹੋ ਰਿਹਾ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹੁਕਮੇ ਅੰਦਰ ਸਭ ਕੋ, ਇੱਕ ਦੀ ਨਹੀਂ ਗੱਲ ਕੀਤੀ ਕਿ ਕੇਵਲ ਇਹ ਜੀਵਾਂ ਵਾਸਤੇ, ਮਨੁੱਖਾਂ ਵਾਸਤੇ, ਪਸ਼ੂ ਪੰਛੀ ਹੋਰ ਕਾਇਨਾਤ ਦੇ ਅੰਗ, ਇਹ ਸਾਰਾ ਕੁਝ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ। ਆ ਫੁੱਲਾਂ ਦੇ ਵਿੱਚ ਰੰਗ ਭਰ ਦੇਣਾ, ਆ ਪੰਛੀ ਨੇ ਪੰਛੀਆਂ ਦੇ ਵਿੱਚ ਰੰਗ ਭਰਨਾ, ਇਹ ਕੌਣ ਭਰ ਰਿਹਾ ਰੰਗ? ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਸਾਰਾ ਕੁਝ। ਦੁਨੀਆ ਦੇ ਲੋਕੋ ਉਹਦੇ ਹੁਕਮ ਦੇ ਵਿੱਚ ਹੀ, ਉਹਦੀ ਰਜ਼ਾ ਦੇ ਵਿੱਚ ਹੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂਗਾ। ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਤੇ ਆਖਰ ਇਹ ਦੂਸਰੀ ਪੌੜੀ ਤੇ ਅਖੀਰ ਦੇ ਵਿੱਚ ਜੋ ਗੱਲ ਕਹੀ, ਇਹ ਦੋ ਪਦੇ ਤੇ ਦੋ ਪੜੇ ਬੜੇ ਅਹਿਮ ਆ। ਤੇ ਇਹ ਪਹਿਲੇ ਸਵਾਲ ਦੇ ਜਵਾਬ ਵਜੋਂ ਆ। ਇੱਕ ਤਾਂ ਕਹਿਣ ਲੱਗੇ, ਨਾਨਕ ਹੁਕਮੇ ਜੇ ਬੂਝੇ। हे ਨਾਨਕ, ਉਸ ਪਰਮੇਸ਼ਰ ਦੇ ਹੁਕਮ ਨੂੰ ਜੇ ਤੂੰ ਬੁੱਝ ਲਵੇ,
ਹੁਕਮ ਰਜਾਈ ਚੱਲਣ ਦੀ ਗੱਲ ਕਹੀ ਸੀ ਨਾ, ਹੁਕਮ ਰਜਾਈ ਚੱਲਣਾ। ਹੁਣ ਉਸ ਹੁਕਮ ਨੂੰ ਜਿਨ੍ਹਾਂ ਦੀ ਸਮਝ 'ਚ ਆ ਗਿਆ, ਹੁਕਮ ਵਰਤਾ ਰਿਹਾ, ਹੁਕਮ ਸਾਡੇ ਨਾਲ ਚੱਲ ਰਿਹਾ, ਪਰ ਕੀ ਹੁੰਦਾ ਗੁਰਮੁਖੋ, ਅਸਲ 'ਚ ਸਾਨੂੰ ਸਮਝ ਨਹੀਂ ਆਉਂਦਾ। ਅੰਮ੍ਰਿਤ ਵਚਨ ਇਸੇ ਕਰਕੇ ਹੀ ਬਾਣੀ 'ਚ ਜਿਗਿਆਸੂਆਂ ਦੀਆਂ ਅਰਦਾਸਾਂ 'ਚ ਲਿਖੇ ਗਏ ਨੇ। ਉਹ ਅਰਦਾਸਾਂ ਅਸੀਂ ਵੀ ਕਰੀਏ। ਇਹ ਸੱਚੇ ਪਾਤਸ਼ਾਹ, ਇਹ ਜਿਹੜਾ ਤੇਰਾ ਹੁਕਮ ਹੈ, ਜਿਹਨੂੰ ਤੂੰ ਸਮਝਣ ਦੀ ਬੁੱਝਣ ਦੀ ਗੱਲ ਕਰ ਰਿਹਾ, ਸਾਡੇ ਵੱਸ ਦੀ ਨਹੀਂ, ਤੂੰ ਸਮਝਾਏਗਾ ਤੇ ਸਮਝਿਆ ਜਾਏਗਾ। ਇਹੋ ਹੁਕਮ ਕਿ ਜਿਸ ਤੂੰ ਜਾਣਾਏ ਸੋਈ ਜਨ ਜਾਣੈ। ਜਿਸ ਨੂੰ ਤੂੰ ਜਣਾਉਣਾ ਉਹ ਜਾਣਦੇ ਨੇ। ਫਿਰ ਹਰ ਗੁਣ ਸਦ ਹੀ ਆਖ ਵਖਾਣ। ਅੰਮ੍ਰਿਤ ਵਚਨ ਜਿਸੇ ਬੁਝਾਏ ਸੋਈ ਜਨ ਬੁਝ ਸੀ। ਜਿਸ ਨੂੰ ਤੂੰ ਹੁਣ ਬੁਝਾਏਗਾ, ਜਿਹਨੂੰ ਤੂੰ ਸਮਝਾਏਗਾ, ਉਹ ਸਮਝੇਗਾ ਨਾ। ਆਪਣੇ ਆਪ ਇਹ ਜੀਵ ਕਿੱਥੋਂ ਸਮਝ ਲਵੇਗਾ? ਕਿਉਂਕਿ ਇਹ ਜੀਵ ਤਾਂ, ਇਹ ਸੱਚੇ ਪਾਤਸ਼ਾਹ ਅੰਮ੍ਰਿਤ ਵਚਨ ਨੇ ਬਾਣੀ ਦੇ ਕਿ ਅਸੀਂ ਤਾਂ ਅੰਨੇ ਆ, ਗਿਆਨਹੀਣੇ ਆ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰੂ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਤੇ ਸੋ ਬੇਨਤੀ ਹੈ, ਨਾਨਕ ਹੁਕਮੇ ਜੇ ਬੁਝੇ। ਉਹ ਭਾਈ ਜੇ ਉਸ ਦੇ ਹੁਕਮ ਨੂੰ ਸਮਝ ਜਵੇ, ਤੇਰੇ ਤੇ ਬਖਸ਼ਿਸ਼ ਹੋ ਜਵੇ, ਤੇ ਆ ਜਿਹੜੀ ਕੂੜ ਦੀ ਪਾਲ ਸੀ ਨਾ, ਇਹ ਹੋਮੇ ਦੀ ਪਾਲ ਹੀ ਆ। ਤਾਂ ਹੋਮੇ ਕਹੇ ਨਾ ਕੋਈ, ਫਿਰ ਹੰਕਾਰ ਦੀਆਂ ਬਾਤਾਂ ਨਹੀਂ ਕਵੇਗਾ। ਤੇ ਸੱਚੀ ਗੱਲ ਹੈ, ਇਹ ਦੋ ਚੀਜ਼ਾਂ ਤੇ ਜ਼ੋਰ, ਜਿਨ੍ਹਾਂ ਨੂੰ ਤਾਂ ਹੁਕਮ ਦੀ ਸਮਝ ਆ ਗਈ, ਉਹ ਫਿਰ ਹੋਮੇ ਦੀਆਂ ਬਾਤਾਂ ਨਹੀਂ ਕਰਨਗੇ। ਤੇ ਨਾਲ ਹੀ ਇੱਕ ਵਚਨ ਆਇਆ ਸੀ ਕਿ ਹੋਮੇ ਸੂਝੇ, ਹੋਮੇ ਬੂਝੇ, ਮਾਫ ਕਰਨਾ, ਹੋਮੇ ਬੂਝੇ ਤਾਂ ਦਰ ਸੂਝੇ। ਦਰ ਦੀ ਸੂਝ ਤਾਂ ਹੀ ਆਉਣੀ ਹੈ ਜਿੰਨਾ ਚਿਰ ਸਾਡਾ ਅੰਦਰੋਂ ਹੰਕਾਰ ਨਹੀਂ ਜਾਂਦਾ, ਹੋਮੇ ਨਹੀਂ ਜਾਂਦੀ। ਬਾਬਾ ਜੀ ਕਹਿਣ ਲੱਗੇ, ਨਾਨਕ ਹੁਕਮ ਹੈ ਜੇ ਬੁਝੇ। ਜੇ ਬੁਝ ਲਵੇ ਤਾਂ ਹੋਮੇ ਕਹੇ ਨਾ ਕੋਈ, ਫਿਰ ਹੋਮੇ ਹੰਕਾਰ ਖਤਮ ਹੋ ਜਾਵੇਗਾ। ਔਰ ਸੱਚ ਇਹੋ ਇੱਕ ਖੇਡ ਆ ਜੀਵ ਦੀ। ਜਿਨ੍ਹਾਂ ਨੇ ਹੋਮੇ ਨੂੰ ਦੂਰ ਕਰਤਾ, ਹੋਮੇ ਨੂੰ ਬੁੱਝ ਲਿਆ, ਉਹਨਾਂ ਨੂੰ ਦਰ ਦੀ ਸੂਝ ਆ ਗਈ। ਤੇ ਜਿਨ੍ਹਾਂ ਨੂੰ ਫਿਰ ਸੂਝ ਆਈ, ਹੋਮੇ ਨੂੰ ਬੁੱਝਿਆ, ਫਿਰ ਪਰਮੇਸ਼ਰ ਨੂੰ ਕਿਵੇਂ ਯਾਦ ਕੀਤਾ ਆ? ਸਵਾਲ ਇਹ ਆ। ਵੇਖੋ ਕਿਵੇਂ ਕਿਵੇਂ ਯਾਦ ਕੀਤਾ, ਇਹ ਅਗਲੀ ਪੌੜੀ ਦੇ ਵਿੱਚ ਵਿਚਾਰਾਂ ਕਰਾਂਗੇ। ਅੱਜ ਦੀ ਇਤਨੀ ਵਿਚਾਰ ਪ੍ਰਵਾਨ ਕਰੋ। ਗਲਤੀਆਂ ਭੁੱਲਾਂ ਦੀ ਖਿਮਾ, ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।